ਗੁੱਡ ਮਾਰਨਿੰਗ ਸਟੂਡੈਂਟਸ। ਬੇਟੇ ਆਪਣਾ ਅੱਜ ਦਾ ਟੌਪਿਕ ਹੈ ਉੱਤਰ ਵੈਦਿਕ ਕਾਲ ਦੀ ਸੱਭਿਅਤਾ, ਲੈਟਰ ਵੈਦਿਕ ਸਿਵਲਾਈਜੇਸ਼ਨ। ਜਿਹੜੇ ਆਰੀਆ ਲੋਕ ਸੀਗੇ, ਜਿਹੜਾ ਉਹਨਾਂ ਦਾ ਪਹਿਲਾ ਸਮਾਂ ਸੀ, ਭਾਵ ਕਿ 1200 ਈਸਵੀ ਪੂਰਵ ਤੋਂ ਪਹਿਲਾਂ ਦਾ ਸਮਾਂ ਸੀ, ਉਹ ਤਾਂ ਰਿਗਵੈਦਿਕ ਕਾਲ ਕਿਹਾ ਜਾਂਦਾ ਸੀ ਉਸ ਨੂੰ। ਬਟ ਜਿਹੜਾ ਰਿਗਵੈਦਿਕ ਕਾਲ ਤੋਂ ਕਈ ਸੌ ਸਾਲ ਪਿੱਛੋਂ ਦਾ ਸਮਾਂ ਸੀ, ਭਾਵ ਕਿ 1200 ਈਸਵੀ ਪੂਰਵ ਤੋਂ ਜਿਹੜਾ ਪਿੱਛੋਂ ਦਾ ਸਮਾਂ ਸੀ, ਉਸ ਨੂੰ ਉੱਤਰ ਵੈਦਿਕ ਕਾਲ ਕਿਹਾ ਜਾਂਦਾ ਸੀਗਾ। ਸੋ ਜਿਹੜੇ ਆਰੀਆ ਲੋਕਾਂ ਦਾ ਟਾਈਮ ਸੀ ਉਹ ਦੋ ਕਾਲਾਂ ਵਿੱਚ ਵੰਡਿਆ ਹੋਇਆ ਸੀਗਾ। ਜੇਕਰ ਆਪਾਂ ਨੇ ਉੱਤਰ ਵੈਦਿਕ ਕਾਲ ਦੀ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਾਨੂੰ ਜਿਹੜੇ 3 ਵੇਦ ਨੇ, ਸਾਮਵੇਦ, ਯਜੁਰਵੇਦ, ਅਰਥਵੇਦ, ਇਹਨਾਂ ਨੂੰ ਪੜ੍ਹਨ ਤੋਂ ਬਾਅਦ ਮਿਲਦੀ ਹੈ। ਅਤੇ ਜਿਹੜੇ ਬ੍ਰਾਹਮਣਾਂ ਦੇ ਗ੍ਰੰਥ ਨੇ ਜਾਂ ਉਪਨਿਸ਼ਦ ਨੇ, ਉਹਨਾਂ ਨੂੰ ਪੜ੍ਹਨ ਤੋਂ ਸਾਨੂੰ ਬਹੁਤ ਸਾਰੀ ਇਸ ਦੀ ਜਿਹੜੀ ਜਾਣਕਾਰੀ ਮਿਲਦੀ ਹੈਗੀ। ਜਿਹੜਾ ਉੱਤਰ ਵੈਦਿਕ ਕਾਲ ਤੋਂ ਪਹਿਲਾਂ ਸਮਾਂ ਸੀ ਆਰੀਆ ਲੋਕਾਂ ਦਾ, ਭਾਵ ਕਿ ਰਿਗਵੈਦਿਕ ਕਾਲ ਵਾਲਾ, ਉਸ ਦੇ ਵਿੱਚ ਸੀ ਜਿਹੜੇ ਆਰੀਆ ਲੋਕ ਸਿਰਫ ਕੁਝ ਕੁ ਇਲਾਕੇ ਦੇ ਤੱਕ ਹੀ ਫੈਲੇ ਸੀ ਇੰਡੀਆ ਦੇ ਵਿੱਚ। ਬਟ ਜਿਹੜਾ ਉੱਤਰ ਵੈਦਿਕ ਕਾਲ ਦਾ ਸਮਾਂ ਸੀ, ਉਸ ਸਮੇਂ ਵਿੱਚ ਜਿਹੜੇ ਆਰੀਆ ਸੱਭਿਅਤਾ ਸੀ ਉਹ ਪੰਜਾਬ ਤੋਂ ਪੂਰਬ ਵੱਲ ਵੀ ਫੈਲ ਗਈ ਸੀ ਬਹੁਤ ਜ਼ਿਆਦਾ। ਜਿਹੜਾ ਇੰਡੀਆ ਦੇ ਬਹੁਤ ਸਾਰੇ ਸਥਾਨਾਂ 'ਤੇ ਜਿਹੜੇ ਆਰੀਆ ਲੋਕ ਸੀ ਫੈਲ ਗਏ ਸੀਗੇ ਇਸ ਸਮੇਂ ਦੇ ਵਿੱਚ, ਉੱਤਰ ਵੈਦਿਕ ਸਮੇਂ ਦੇ ਵਿੱਚ। ਸੋ ਰਾਜੇ ਅੱਜ ਦੇ ਜਿਹੜਾ ਆਪਣਾ ਮੇਨ ਟੌਪਿਕ ਹੈ ਉਹ ਹੈਗਾ ਉੱਤਰ ਵੈਦਿਕ ਕਾਲ ਦੇ ਸਮੇਂ ਜਿਹੜਾ ਲੋਕਾਂ ਦੀ ਰਾਜਨੀਤਿਕ ਵਿਵਸਥਾ ਕਿਵੇਂ ਦੀ ਸੀ, ਲੋਕਾਂ ਦਾ ਸਮਾਜਿਕ ਜੀਵਨ ਕਿਵੇਂ ਦਾ ਸੀ, ਲੋਕਾਂ ਦਾ ਆਰਥਿਕ ਜੀਵਨ ਕਿਵੇਂ ਦਾ ਸੀ, ਅਤੇ ਲੋਕਾਂ ਦਾ ਧਾਰਮਿਕ ਜੀਵਨ ਕਿਵੇਂ ਦਾ ਸੀਗਾ ਆਰੀਆ ਲੋਕਾਂ ਦਾ ਉੱਤਰ ਵੈਦਿਕ ਕਾਲ ਦੇ ਵਿੱਚ, ਉੱਤਰ ਵੈਦਿਕ ਦੇ ਸਮੇਂ ਮਤਲਬ ਕਿ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਾਜਨੀਤਿਕ ਵਿਵਸਥਾ ਦੀ। ਇਹਦਾ ਫਸਟ ਪੁਆਇੰਟ ਹੈਗਾ ਆਰੀਆ ਦਾ ਪ੍ਰਸਾਰ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਰਿਗਵੈਦਿਕ ਕਾਲ ਦੇ ਵਿੱਚ ਜਿਹੜੇ ਆਰੀਆ ਸੀ ਉਹ ਸਿਰਫ ਸਪਤ ਸਿੰਧੂ ਤੱਕ ਹੀ ਸੀਮਿਤ ਸੀਗੇ। ਬਟ ਇਸ ਸਮੇਂ ਦੇ ਵਿੱਚ ਆ ਕੇ, ਉੱਤਰ ਵੈਦਿਕ ਸਮੇਂ ਦੇ ਵਿੱਚ ਆ ਕੇ, ਜਿਹੜਾ ਆਰੀਆ ਲੋਕਾਂ ਦਾ ਪ੍ਰਸਾਰ ਸੀ ਉਹ ਪੂਰਬ ਅਤੇ ਦੱਖਣ ਵੱਲ ਵੀ ਹੋ ਗਿਆ ਸੀਗਾ। ਨੈਕਸਟ ਹੈਗਾ ਸ਼ਕਤੀਸ਼ਾਲੀ ਰਾਜਾਂ ਦਾ ਉਦੇ ਮੀਨਜ਼ ਨਿਰਮਾਣ ਹੋਣਾ, ਬਣਨਾ, ਭਾਵ ਕਿ ਸ਼ਕਤੀਸ਼ਾਲੀ ਰਾਜਾਂ ਦਾ ਬਣਨਾ। ਉੱਤਰ ਵੈਦਿਕ ਕਾਲ ਦੇ ਵਿੱਚ ਕਈ ਨਵੇਂ ਸੀ ਜਿਹੜੇ ਸ਼ਕਤੀਸ਼ਾਲੀ ਰਾਜ ਬਣੇ, ਜਿਹੜੇ ਨਵੇਂ ਸ਼ਕਤੀਸ਼ਾਲੀ ਰਾਜ ਸੀ ਕਾਇਮ ਹੋਏ। ਰਿਗਵੈਦਿਕ ਕਾਲ ਦੇ ਜਿਹੜੇ ਕਬੀਲਿਆਂ ਦੀ ਸ਼ਕਤੀ ਸੀ ਉਹ ਸਮਾਪਤ ਹੋ ਗਈ ਸੀ, ਅਤੇ ਉਹਨਾਂ ਦੀ ਥਾਂ 'ਤੇ ਕਈ ਸੀ ਜਿਹੜੇ ਵੱਡੇ ਰਾਜ ਸਥਾਪਿਤ ਹੋਏ, ਜਿਵੇਂ ਕੁਰੂ, ਪੰਚਾਲ, ਕਾਸੀ, ਕੌਸ਼ਲ ਆਦਿ। ਇਹਨਾਂ ਦੇ ਵਿੱਚੋਂ ਜਿਹੜਾ ਕੁਰੂ ਸੀਗਾ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਰਾਜ ਮੰਨਿਆ ਜਾਂਦਾ ਸੀ। ਨੈਕਸਟ ਹੈਗਾ ਰਾਜੇ ਦੀ ਸ਼ਕਤੀ ਵਿੱਚ ਵਾਧਾ। ਰਿਗਵੈਦਿਕ ਸੱਭਿਅਤਾ ਨਾਲੋਂ ਇਸ ਸੱਭਿਅਤਾ ਦੇ ਸਮੇਂ, ਭਾਵ ਕਿ ਉੱਤਰ ਵੈਦਿਕ ਦੇ ਸਮੇਂ ਵਿੱਚ ਸੀ ਜਿਹੜਾ ਰਾਜੇ ਦੀ ਸ਼ਕਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਸੀ। ਉਹਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਉਪਾਧੀਆਂ ਸੀ ਧਾਰਨ ਕੀਤੀਆਂ ਸੀ, ਜਿਵੇਂ ਅਧਿਰਾਜ, ਰਾਜਾਧਿਰਾਜ, ਸਮਰਾਟ, ਸਾਰਵਭੌਮ ਆਦਿ। ਜਿਹੜੇ ਇਸ ਸਮੇਂ ਦੇ ਰਾਜੇ ਸੀ ਉਹਨਾਂ ਦੀ ਇੱਕੋ ਇੱਛਾ ਹੁੰਦੀ ਸੀ ਕਿ ਉਹ ਦੂਜੇ ਰਾਜਾਂ ਦੇ ਰਾਜਿਆਂ ਨੂੰ ਹਰਾ ਕੇ ਉਹਨਾਂ ਦਾ ਸਾਮਰਾਜ ਆਪਣੇ ਅਧੀਨ ਕਰ ਲੈਣ। ਨੈਕਸਟ ਹੈਗਾ ਰਾਜ ਅਧਿਕਾਰੀਆਂ ਵਿੱਚ ਵਾਧਾ, ਭਾਵ ਕਿ ਰਾਜੇ ਦੇ ਜਿਹੜੇ ਮੰਤਰੀ ਨੇ ਉਹਨਾਂ ਦੀ ਗਿਣਤੀ ਵਿੱਚ ਵਾਧਾ। ਰਿਗਵੈਦਿਕ ਕਾਲ ਦੇ ਵਿੱਚ ਸਿਰਫ 3 ਤਰ੍ਹਾਂ ਦੇ ਮੰਤਰੀ ਹੁੰਦੇ ਸੀ ਰਾਜੇ ਦੀ ਹੈਲਪ ਦੇ ਲਈ, ਜਿਵੇਂ ਪੁਰੋਹਿਤ, ਸੈਨਾਪਤੀ ਅਤੇ ਗ੍ਰਾਮਣੀ। ਲੇਕਿਨ ਇਸ ਸਮੇਂ ਦੇ ਵਿੱਚ ਆ ਕੇ ਜਿਵੇਂ ਰਾਜੇ ਦੀ ਸ਼ਕਤੀ ਵਿੱਚ ਵਾਧਾ ਹੋਇਆ ਤਾਂ ਉਹਦੇ ਜਿਹੜੇ ਹੋਰ ਅਧਿਕਾਰੀ ਸੀ, ਭਾਵ ਕਿ ਉਹਦੇ ਮੰਤਰੀ ਸੀ, ਉਹਨਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ। ਕਈ ਨਵੇਂ ਜਿਹੜੇ ਮੰਤਰੀਆਂ ਦੇ ਜਿਹੜੇ ਚੋਣ ਕੀਤੀ ਗਈ, ਜਿਵੇਂ ਖਜ਼ਾਨਚੀ ਜਾਂ ਫਿਰ ਟੈਕਸ ਇਕੱਠਾ ਕਰਨ ਵਾਲਾ ਮੰਤਰੀ ਆਦਿ। ਨੈਕਸਟ ਹੈਗਾ ਨਿਆਂ ਵਿਵਸਥਾ। ਉੱਤਰ ਵੈਦਿਕ ਕਾਲ ਵਿੱਚ ਜਿਹੜੀ ਨਿਆਂ ਵਿਵਸਥਾ ਸੀ ਇਹ ਨਿਸ਼ਚਿਤ ਢੰਗ ਨਾਲ ਕਾਇਮ ਹੋਈ। ਅਦਾਲਤਾਂ ਵਿੱਚ ਸੀ ਜਿਹੜਾ ਨਿਆਂਧੀਸ਼ ਮੁਕੱਦਮਿਆਂ ਨੂੰ ਚੰਗੀ ਤਰ੍ਹਾਂ ਸੁਣ ਕੇ ਫੈਸਲਾ ਕਰਦੇ ਸੀ। ਨਿਆਂਧੀਸ਼ ਹੁੰਦਾ ਬੇਟੇ ਨਿਆਂ ਕਰਨ ਵਾਲਾ, ਮੀਨਜ਼ ਆਪਾਂ ਜੱਜ ਕਹਿ ਸਕਦੇ ਹਾਂ, ਹੈ ਨਾ। ਜਿਹੜਾ ਮੁੱਖ ਨਿਆਂਧੀਸ਼ ਹੁੰਦਾ ਸੀ, ਭਾਵ ਕਿ ਜਿਹੜਾ ਮੇਨ ਜੱਜ ਹੁੰਦਾ ਸੀ ਉਹ ਰਾਜਾ ਆਪ ਹੁੰਦਾ ਸੀ। ਅਲੱਗ-ਅਲੱਗ ਜਾਤੀਆਂ ਦੇ ਲੋਕਾਂ ਦੀ ਹੱਤਿਆ ਲਈ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਹਰਜਾਨਾ ਸੀ, ਜਿਹੜਾ ਜੁਰਮਾਨਾ ਸੀ ਤੈਅ ਕੀਤਾ ਹੋਇਆ ਸੀ। ਜੇਕਰ ਕਿਸੇ ਬ੍ਰਾਹਮਣ ਦੀ ਹੱਤਿਆ ਹੁੰਦੀ ਸੀ ਤਾਂ ਉਹ ਬਹੁਤ ਵੱਡਾ ਅਪਰਾਧ ਸਮਝਿਆ ਜਾਂਦਾ ਸੀ, ਅਤੇ ਉਸ ਦੀ ਹੱਤਿਆ ਕਰਨ ਵਾਲੇ ਨੂੰ ਮੌਤ ਤੱਕ ਦੀ ਸਜ਼ਾ ਵੀ ਜਿਹੜੀ ਸੀ ਦਿੱਤੀ ਜਾਂਦੀ ਸੀਗੀ। ਇਸ ਤੋਂ ਬਾਅਦ ਹੈਗੀਆਂ ਉਹਨਾਂ ਲੋਕਾਂ ਦੀ ਸੋਸ਼ਲ ਲਾਈਫ। ਉੱਤਰ ਵੈਦਿਕ ਕਾਲ ਦੇ ਲੋਕਾਂ ਦਾ ਸਮਾਜਿਕ ਜੀਵਨ, ਮਤਲਬ ਕਿ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਪਰਿਵਾਰਿਕ ਜੀਵਨ। ਇਸ ਜਿਹੜੇ ਕਾਲ ਦੇ ਲੋਕਾਂ ਦਾ
ਪਰਿਵਾਰਿਕ ਜੀਵਨ ਵੀ ਰਿਗਵੈਦਿਕ ਕਾਲ ਦੀ ਤਰ੍ਹਾਂ ਸੀ। ਜਿਹੜਾ ਸਭ ਤੋਂ ਪਰਿਵਾਰ ਦਾ ਜਿਹੜਾ ਸਭ ਤੋਂ ਬੁੱਢਾ ਆਦਮੀ ਹੁੰਦਾ ਸੀ ਉਹ ਪਰਿਵਾਰ ਦਾ ਮੁਖੀ ਹੁੰਦਾ ਸੀ, ਤੇ ਜਿਹੜੇ ਬਾਕੀ ਪਰਿਵਾਰ ਦੇ ਮੈਂਬਰ ਹੁੰਦੇ ਸੀ ਉਸ ਦੀ ਆਗਿਆ ਦਾ ਪਾਲਣ ਕਰਦੇ ਸੀ। ਸਾਂਝਾ ਪਰਿਵਾਰ ਪ੍ਰਣਾਲੀ ਜਿਹੜੀ ਉਸ ਸਮੇਂ ਚੱਲ ਰਹੀ ਸੀਗੀ। ਨੈਕਸਟ ਹੈਗਾ ਇਸਤਰੀ ਦੀ ਸਥਿਤੀ। ਇਸ ਸਮੇਂ ਦੇ ਵਿੱਚ ਆ ਕੇ ਪਹਿਲਾਂ ਨਾਲੋਂ ਔਰਤਾਂ ਦੀ ਸਥਿਤੀ ਸੀ ਜਿਹੜੀ ਉਹਦੇ ਵਿੱਚ ਕਾਫੀ ਚੇਂਜ ਆਏ ਸੀ। ਜਿਵੇਂ ਕਿ ਇੱਕ ਕੰਨਿਆ ਦਾ ਜਨਮ ਸੀ ਜਿਹੜਾ ਬੁਰਾ ਸਮਝਿਆ ਜਾਣ ਲੱਗਾ ਸੀ, ਕਿਉਂਕਿ ਉਸ ਨੂੰ ਪਰਿਵਾਰ ਦੇ ਦੁੱਖਾਂ ਦਾ ਸਾਧਨ ਸਮਝਿਆ ਜਾਂਦਾ ਸੀ। ਤੇ ਜਿਹੜੇ ਧਾਰਮਿਕ ਕੰਮ ਹੁੰਦੇ ਸੀ, ਜਿਵੇਂ ਕਈ ਧਾਰਮਿਕ ਰਸਮਾਂ ਜਾਂ ਜੱਗ ਵਗੈਰਾ ਕਰਵਾਏ ਜਾਂਦੇ ਸੀ, ਉਹਨਾਂ ਵਿੱਚ ਇਸਤਰੀਆਂ ਦਾ ਸ਼ਾਮਿਲ ਹੋਣਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਸੀ। ਤੇ ਆਪਣੇ ਪਿਤਾ ਦੀ ਜਾਇਦਾਦ ਦੇ ਅਧਿਕਾਰ ਤੋਂ ਵੀ ਔਰਤਾਂ ਨੂੰ ਸੀ ਜਿਹੜਾ ਵਾਂਝਾ ਕਰ ਦਿੱਤਾ ਗਿਆ ਸੀ। ਇਸ ਸਮੇਂ ਇਸਤਰੀਆਂ ਦੀ ਸਥਿਤੀ ਸੀ ਜਿਹੜੀ ਪਹਿਲਾਂ ਨਾਲੋਂ ਖਰਾਬ ਹੋ ਚੁੱਕੀ ਸੀ, ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਸਤਰੀਆਂ ਦੀ ਸਥਿਤੀ ਸੀ ਜਿਹੜੀ ਤਰਸਯੋਗ ਸੀ। ਤਰਸਯੋਗ ਵੀ ਨਹੀਂ ਸੀ, ਕਿਉਂਕਿ ਹਜੇ ਬਹੁਤ ਸਾਰੀਆਂ ਹੋਰ ਬੁਰਾਈਆਂ ਸੀ ਜਿਹੜੀਆਂ ਇਸ ਸਮੇਂ ਦੇ ਵਿੱਚ ਅਜੇ ਨਹੀਂ ਚੱਲੀਆਂ ਸੀ। ਇਸ ਸਮੇਂ ਤੋਂ ਬਾਅਦ ਉਹ ਜਿਹੜੀਆਂ ਬੁਰਾਈਆਂ ਚੱਲੀਆਂ, ਜਿਵੇਂ ਪਰਦਾ ਪ੍ਰਥਾ, ਸਤੀ ਪ੍ਰਥਾ, ਕੰਨਿਆਂ ਦੀ ਹੱਤਿਆ, ਇਹ ਸਾਰੀਆਂ ਜਿਹੜੀਆਂ ਬੁਰਾਈਆਂ ਸੀ ਉਹ ਇਸ ਕਾਲ ਵਿੱਚ ਨਹੀਂ ਸੀਗੀਆਂ। ਨੈਕਸਟ ਹੈਗਾ 4 ਆਸ਼ਰਮ। ਇਹਦੇ ਬਾਰੇ ਰਾਜੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਪਿੱਛੇ ਵੀ ਪੜ੍ਹਾ ਚੁੱਕੀ ਹਾਂ ਪਿਛਲੇ ਲੈਕਚਰਾਂ ਦੇ ਵਿੱਚ, ਕਿ ਜਿਹੜਾ ਉਸ ਸਮੇਂ ਜਿਹੜਾ ਮਨੁੱਖ ਦਾ ਜੀਵਨ ਸੀ ਉਹ 4 ਭਾਗਾਂ ਵਿੱਚ ਵੰਡਿਆ ਗਿਆ ਸੀ। ਮੇਨ ਇਹ ਮੰਨਣਾ ਸੀ ਕਿ ਇੱਕ ਆਦਮੀ ਦੀ ਜਿਹੜੀ ਉਮਰ ਹੈ ਉਹ 100 ਸਾਲ ਹੁੰਦੀ ਹੈ। 100 ਸਾਲ ਨੂੰ 4 ਭਾਗਾਂ ਵਿੱਚ ਵੰਡਿਆ ਗਿਆ। 25-25 ਸਾਲ ਦੇ 4 ਭਾਗ ਕੀਤੇ ਗਏ, ਕਿ ਜਿਹੜਾ ਮਨੁੱਖ ਹੈ ਉਹ ਪਹਿਲੇ 25 ਸਾਲ ਪਹਿਲੇ ਭਾਗ ਦੇ ਵਿੱਚ ਬ੍ਰਹਮਚਾਰੀ ਜਾਂ ਆਸ਼ਰਮ ਦੀ ਜ਼ਿੰਦਗੀ ਜਿਹੜੀ ਬਤੀਤ ਕਰੂਗਾ, ਭਾਵ ਕਿ ਉਹ ਐਜੂਕੇਸ਼ਨ ਜਿਹੜੀ ਪ੍ਰਾਪਤ ਕਰੂਗਾ, ਸਿੱਖਿਆ ਪ੍ਰਾਪਤ ਕਰੂਗਾ। ਅਗਲਾ ਹੈਗਾ ਸੀ ਅਗਲੇ ਜਿਹੜਾ 26ਵੇਂ ਤੋਂ 50 ਸਾਲ ਦੀ ਉਮਰ ਦੇ ਵਿੱਚ ਉਹ ਅਗਲੇ 25 ਸਾਲ ਜਿਹੜਾ ਉਹ ਗ੍ਰਹਿਸਥ ਆਸ਼ਰਮ ਦੇ ਵਿੱਚ ਜੀਵਨ ਬਤੀਤ ਕਰੂ, ਭਾਵ ਕਿ ਉਹ ਵਿਆਹ ਕਰਵਾ ਕੇ ਜਿਹੜਾ ਆਪਣਾ ਜੀਵਨ ਬਤੀਤ ਕਰੂਗਾ। ਨੈਕਸਟ ਹੈਗੇ ਨੇ ਅਗਲੇ 51 ਤੋਂ 75 ਸਾਲ ਦੀ ਉਮਰ, ਅਗਲੇ 25 ਸਾਲ ਉਹ ਹੈਗਾ ਬਾਣਪ੍ਰਸਥ ਆਸ਼ਰਮ। ਬਾਣਪ੍ਰਸਥ ਆਸ਼ਰਮ ਤੋਂ ਭਾਵ ਇਹਦੇ ਵਿੱਚ ਆਉਂਦਾ ਕਿ ਜਿਹੜਾ ਮਨੁੱਖ ਹੈ ਉਹ ਜੰਗਲਾਂ ਵਗੈਰਾ ਦੇ ਵਿੱਚ ਜ਼ਿਆਦਾ ਰਹੂਗਾ, ਤੇ ਜਿਹੜਾ ਹੈਗਾ ਉਹ ਦੂਜਿਆਂ ਦੇ ਦਿੱਤੇ ਦਾਨ 'ਤੇ ਆਪਣਾ ਜੀਵਨ ਨਿਰਵਾਹ ਕਰੂਗਾ। ਸਭ ਤੋਂ ਜਿਹੜਾ ਲਾਸਟ ਸਮਾਂ ਸੀ 76 ਸਾਲ ਤੋਂ ਲੈ ਕੇ 100 ਸਾਲ, ਜਿਹੜੇ ਮਤਲਬ ਕਿ ਚੌਥਾ ਭਾਗ, ਚੌਥੇ ਜਿਹੜੇ 25 ਸਾਲਾਂ ਦੀ ਉਮਰ ਸੀ ਉਹ ਹੈਗੀ ਸੀ ਸੰਨਿਆਸ ਆਸ਼ਰਮ, ਭਾਵ ਕਿ ਮਨੁੱਖ ਆਪਣਾ ਘਰ-ਬਾਰ, ਪਤਨੀ, ਬੱਚੇ ਸਭ ਕੁਛ ਤਿਆਗ ਕੇ ਜਿਹੜਾ ਸੰਨਿਆਸ ਵਾਲਾ ਜੀਵਨ ਜਿਊਗਾ, ਭਾਵ ਕਿ ਜੰਗਲਾਂ ਵਗੈਰਾ ਦੇ ਵਿੱਚ ਜਾ ਕੇ ਤਪ ਕਰੂਗਾ, ਮੁਕਤੀ ਪ੍ਰਾਪਤੀ ਦੇ ਲਈ ਆਪਣੇ ਸਰੀਰ ਨੂੰ ਕਸ਼ਟ ਦੇਊਗਾ, ਤੇ ਉਹ ਆਪਣਾ ਘਰ-ਬਾਰ ਹਮੇਸ਼ਾ ਲਈ ਛੱਡ ਕੇ ਚਲਾ ਜਾਊਗਾ। ਨੈਕਸਟ ਹੈਗਾ ਜਾਤੀ ਪ੍ਰਥਾ। ਉਸ ਸਮੇਂ ਸੀ ਜਿਹੜੀਆਂ ਇਸ ਤੋਂ ਪਹਿਲਾਂ ਤਾਂ ਸਿਰਫ ਕੋਈ ਜਾਤੀ ਪ੍ਰਥਾ ਹੈ ਹੀ ਨਹੀਂ ਸੀ। ਆਰੀਆ ਲੋਕ ਸਿਰਫ 2 ਭਾਗਾਂ ਵਿੱਚ ਵੰਡੇ ਹੋਏ ਸੀ, ਅਨਾਰੀਆ ਤੇ ਆਰੀਆ। ਅਨਾਰੀਆ ਮੀਨਜ਼ ਕਾਲੇ ਰੰਗ ਦੇ ਲੋਕ, ਜਿਹੜੇ ਗੋਰੇ ਰੰਗ ਦੇ ਹੁੰਦੇ ਸੀ ਉਹਨਾਂ ਨੂੰ ਆਰੀਆ ਕਿਹਾ ਜਾਂਦਾ ਸੀ। ਬਟ ਉੱਤਰ ਵੈਦਿਕ ਕਾਲ ਦੇ ਵਿੱਚ ਆ ਕੇ ਜਿਹੜੀਆਂ ਸਮਾਜ ਸੀ ਜਿਹੜਾ 4 ਜਾਤੀਆਂ ਵਿੱਚ ਵੰਡਿਆ ਗਿਆ ਸੀ, ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਦੇ ਵਿੱਚ। ਨੈਕਸਟ ਹੈਗਾ ਰੀਤੀ ਰਿਵਾਜਾਂ ਦਾ ਵਧਣਾ। ਇਸ ਸਮੇਂ ਜਿਹੜੇ ਰੀਤੀ ਰਿਵਾਜ ਸੀ, ਕੁਝ ਨਵੇਂ ਰੀਤੀ ਰਿਵਾਜਾਂ ਨੇ ਜਨਮ ਲਿਆ, ਜਿਹਦੇ ਨਾਲ ਲੋਕਾਂ ਦਾ ਜਿਹੜਾ ਜੀਵਨ ਸੀ ਥੋੜ੍ਹਾ ਜਿਹਾ ਔਖਾ ਹੋ ਗਿਆ। ਜਨਮ, ਵਿਆਹ ਅਤੇ ਮੌਤ ਦੇ ਸੰਬੰਧ ਵਿੱਚ ਕਈ ਨਵੇਂ ਰੀਤੀ ਰਿਵਾਜ ਚੱਲੇ। ਨੈਕਸਟ ਹੈਗਾ ਭੋਜਨ ਅਤੇ ਪਹਿਰਾਵਾ ਅਤੇ ਗਹਿਣੇ। ਆਰੀਆ ਲੋਕਾਂ ਦਾ ਭੋਜਨ ਸੀ ਜਿਹੜਾ ਸਿੰਪਲ ਹੁੰਦਾ ਸੀ, ਜਿਵੇਂ ਕਣਕ ਜਾਂ ਜੌਂ ਦੀ ਰੋਟੀ, ਦੁੱਧ, ਦਹੀਂ, ਫਲ ਆਦਿ, ਅਤੇ ਕਈ ਵਾਰ ਉਹ ਮਾਂਸ ਦੀ ਵਰਤੋਂ ਵੀ ਕਰਦੇ ਸੀ। ਉਹਨਾਂ ਦਾ ਜਿਹੜਾ ਪਹਿਰਾਵਾ ਸੀ ਉਹਨੂੰ 3 ਭਾਗਾਂ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾਂ ਹੈਗਾ ਸਰੀਰ ਦੇ ਹੇਠਲੇ ਹਿੱਸੇ ਦੇ ਵਸਤਰ, ਉਸ ਤੋਂ ਬਾਅਦ ਹੈਗਾ ਵਿਚਕਾਰਲੇ ਹਿੱਸੇ ਦੇ ਵਸਤਰ, ਅਤੇ ਉਸ ਤੋਂ ਬਾਅਦ ਹੈਗਾ ਉੱਪਰਲੇ ਹਿੱਸੇ ਦੇ ਵਸਤਰ, ਭਾਵ ਕਿ ਉੱਪਰਲੇ ਹਿੱਸੇ 'ਚ ਆ ਜਾਂਦੇ ਨੇ ਦੁਪੱਟਾ, ਸੈਕਿੰਡ ਪਾਰਟ ਦੇ ਵਿੱਚ ਆ ਜਾਂਦੇ ਨੇ ਜਿਵੇਂ ਆਪਣੀਆਂ ਕਮੀਜ਼ਾਂ, ਦੇ ਥਰਡ ਪਾਰਟ ਦੇ ਵਿੱਚ ਧੋਤੀ ਵਗੈਰਾ। ਇਹਨਾਂ ਦੇ ਜਿਹੜੇ ਕੱਪੜੇ ਸੀ ਉਹ ਸੂਤੀ, ਰੇਸ਼ਮੀ ਅਤੇ ਉੱਨੀ ਹੁੰਦੇ ਸੀਗੇ। ਨੈਕਸਟ ਹੈਗੇ ਨੇ ਇਹਨਾਂ ਦੇ ਇਹ ਆਪਣਾ ਮਨੋਰੰਜਨ ਕਿਵੇਂ ਕਰਦੇ ਸੀ, ਭਾਵ ਕਿ ਐਂਟਰਟੇਨਮੈਂਟ ਕਿਵੇਂ ਕਰਦੇ ਸੀ। ਇਹ ਲੋਕ ਸੀ ਜਿਹੜਾ ਰੱਥਾਂ ਦੀਆਂ ਦੌੜਾਂ ਲਗਾ ਕੇ, ਨਾਚ ਅਤੇ ਗਾਣੇ ਗਾ ਕੇ ਸੀ ਜਿਹੜਾ ਸੰਗੀਤ ਜਾਂ ਜੂਆ ਖੇਡ ਕੇ ਸੀ ਜਿਹੜਾ ਆਪਣਾ ਮਨੋਰੰਜਨ ਕਰਦੇ ਸੀਗੇ। ਨੈਕਸਟ ਹੈਗੀ ਇਹਨਾਂ ਲੋਕਾਂ ਦੀ ਐਜੂਕੇਸ਼ਨ, ਸਿੱਖਿਆ। ਉੱਤਰ ਵੈਦਿਕ ਕਾਲ ਵਿੱਚ ਸੀ ਜਿਹੜਾ ਵਿਦਿਆਰਥੀਆਂ ਨੂੰ ਜਿਹੜਾ ਬ੍ਰਾਹਮਣ ਹੁੰਦਾ ਸੀ ਉਹ ਉਹਨਾਂ ਦਾ ਇੱਕ ਟੀਚਰ ਦੀ ਤਰ੍ਹਾਂ ਹੁੰਦਾ ਸੀ। ਉਹਨਾਂ ਨੂੰ ਆਪਣੇ ਅਧਿਆਪਕ ਦੇ ਘਰ ਵਿੱਚ ਰਹਿ ਕੇ ਹੀ ਜਿਹੜੀ ਸਿੱਖਿਆ ਲੈਣੀ ਪੈਂਦੀ ਸੀ ਉੱਚੀਆਂ 3 ਜਾਤੀਆਂ ਦੇ ਵਿਦਿਆਰਥੀਆਂ ਨੂੰ। ਅਤੇ ਵਿਦਿਆਰਥੀਆਂ ਦੇ ਜਿਹੜਾ ਭੋਜਨ ਦਾ ਅਤੇ ਠਹਿਰਨ ਦਾ ਪ੍ਰਬੰਧ ਸੀ ਉਹ ਅਧਿਆਪਕ ਦੇ ਘਰ ਵਿੱਚ ਹੀ ਕੀਤਾ ਜਾਂਦਾ ਸੀਗਾ। ਸਾਰੇ ਵਿਦਿਆਰਥੀਆਂ ਨੂੰ ਸੀ ਜਿਹੜਾ ਸਖਤ ਅਨੁਸ਼ਾਸਨ ਦੇ ਵਿੱਚ, ਭਾਵ ਕਿ ਡਿਸਿਪਲਿਨ ਦੇ ਵਿੱਚ ਰਹਿਣਾ ਪੈਂਦਾ ਸੀ। ਜਿਹੜੇ ਵਿਦਿਆਰਥੀ ਸੀ ਉਸ ਸਮੇਂ ਉਹ ਗਣਿਤ, ਵਿਆਕਰਨ, ਖਗੋਲ ਸ਼ਾਸਤਰ, ਕਾਨੂੰਨ, ਸੈਨਿਕ ਵਿਗਿਆਨ ਆਦਿ ਜਿਹੜੇ ਵਿਸ਼ੇ ਸੀ ਉਹਨਾਂ ਦੀ ਸਿੱਖਿਆ ਲੈਂਦੇ ਸੀਗੇ। ਨੈਕਸਟ ਹੈਗਾ ਇਹਨਾਂ ਲੋਕਾਂ ਦਾ ਆਰਥਿਕ ਜੀਵਨ, ਖੇਤੀਬਾੜੀ
ਇਹਨਾਂ ਲੋਕਾਂ ਦਾ ਜਿਹੜਾ ਮੇਨ ਧੰਦਾ ਸੀ ਉਹ ਖੇਤੀਬਾੜੀ ਸੀਗਾ, ਜਿਵੇਂ ਕਣਕ, ਜੌਂ, ਚੌਲ ਆਦਿ ਇਹਨਾਂ ਦੀ ਮੇਨ ਜਿਹੜੀ ਫਸਲ ਹੁੰਦੀ ਸੀ। ਨੈਕਸਟ ਹੈਗਾ ਪਸ਼ੂ ਪਾਲਣ ਵੀ ਇਹਨਾਂ ਦਾ ਮੇਨ ਧੰਦਾ ਸੀ। ਇਹ ਗਊ, ਬਲਦ, ਘੋੜਾ, ਭੇਡ, ਬੱਕਰੀਆਂ, ਕੁੱਤਾ ਆਦਿ ਪਾਲਦੇ ਸੀਗੇ। ਜ਼ਿਆਦਾਤਰ ਇਹ ਗਊਆਂ ਰੱਖਦੇ ਸੀਗੇ। ਅੱਗੇ ਹੈਗਾ ਧੰਦਿਆਂ ਦੀ ਬਹੁਤਾਤ, ਭਾਵ ਕਿ ਹੋਰ ਵੀ ਕਈ ਜਿਹੜੇ ਕੰਮ ਸੀ ਕੀਤੇ ਜਾਂਦੇ ਸੀ, ਜਿਵੇਂ ਕਈ ਕੰਮ ਸੀ ਜਿਹੜੇ ਘੁਮਿਆਰਾਂ ਦੁਆਰਾ, ਸੁਨਿਆਰਾਂ ਦੁਆਰਾ ਆਦਿ, ਜਿਹੜੇ ਲੁਹਾਰ, ਤਰਖਾਣ ਦੁਆਰਾ ਜਿਹੜੇ ਕੰਮ ਕੀਤੇ ਜਾਂਦੇ ਸੀ, ਜਿਵੇਂ ਕੱਪੜਾ ਬੁਣਨਾ, ਕੱਪੜੇ ਦੀ ਰੰਗਾਈ, ਕਢਾਈ ਕਰਨਾ। ਇਸ ਤੋਂ ਬਾਅਦ ਹੈਗਾ ਵਪਾਰ ਅਤੇ ਵਣਜ। ਉਸ ਸਮੇਂ ਜਿਹੜਾ ਵਪਾਰ ਸੀਗਾ ਉਹ ਵੀ ਬਹੁਤ ਵਿਕਸਿਤ ਹੋ ਚੁੱਕਿਆ ਸੀ। ਕਈ ਜਿਹੜੇ ਨਵੇਂ ਤਰ੍ਹਾਂ ਦੇ ਸਿੱਕੇ ਚੱਲੇ ਸੀ ਅਤੇ ਚੀਜ਼ਾਂ ਦੀ ਅਦਲਾ ਬਦਲੀ ਦੇ ਸਮੇਂ ਸੀ ਜਿਹੜਾ ਸਿੱਕੇ ਦਿੱਤੇ ਜਾਂਦੇ ਸੀ। ਨੈਕਸਟ ਹੈਗਾ ਨਗਰਾਂ ਦੀ ਸਥਾਪਨਾ। ਇਸ ਸਮੇਂ ਦੇ ਵਿੱਚ ਕਈ ਨਵੇਂ ਜਿਹੜੇ ਨਗਰਾਂ ਦੀ ਸਥਾਪਨਾ ਹੋਈ, ਜਿਵੇਂ ਟੈਕਸਿਲਾ, ਇੰਦਰਪ੍ਰਸਥ ਆਦਿ। ਨੈਕਸਟ ਹੈਗਾ ਇਹਨਾਂ ਲੋਕਾਂ ਦਾ ਧਾਰਮਿਕ ਜੀਵਨ। ਨਵੇਂ ਦੇਵਤੇ ਸ਼ਿਵ, ਬ੍ਰਹਮ ਅਤੇ ਵਿਸ਼ਨੂੰ। ਇਸ ਤੋਂ ਪਹਿਲਾਂ ਸੀ ਜਿਹੜੇ ਸਿਰਫ ਵਰੁਣ, ਇੰਦਰ, ਸੂਰਜ ਆਦਿ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ, ਬਟ ਇਸ ਸਮੇਂ ਦੇ ਵਿੱਚ ਆ ਕੇ ਕੁਝ ਨਵੇਂ ਦੇਵਤਿਆਂ ਦੀ ਪੂਜਾ ਹੋਣ ਲੱਗੀ, ਜਿਵੇਂ ਸ਼ਿਵ ਦੀ ਪੂਜਾ, ਬ੍ਰਹਮਾ ਦੀ ਪੂਜਾ ਅਤੇ ਵਿਸ਼ਨੂੰ ਦੀ ਪੂਜਾ। ਨੈਕਸਟ ਹੈਗਾ ਜੱਗ ਅਤੇ ਬਲੀ ਦੀ ਮਹੱਤਤਾ ਵਿੱਚ ਵਾਧਾ। ਇਸ ਸਮੇਂ ਦੇ ਵਿੱਚ ਆ ਕੇ ਜਿਹੜੇ ਧਾਰਮਿਕ ਜੱਗ ਕਰਵਾਏ ਜਾਂਦੇ ਸੀ ਜਾਂ ਬਲੀਆਂ ਦਿੱਤੀਆਂ ਜਾਂਦੀਆਂ ਸੀ, ਉਹਨਾਂ ਦੀ ਮਹੱਤਤਾ ਦੇ ਵਿੱਚ ਵਾਧਾ ਹੋਇਆ। ਹੋਰ ਜ਼ਿਆਦਾ ਜੱਗ ਕਰਵਾਏ ਜਾਣ ਲੱਗੇ ਪਹਿਲਾਂ ਨਾਲੋਂ, ਅਤੇ ਬਲੀਆਂ ਸੀ ਜਿਹੜੀਆਂ ਜ਼ਿਆਦਾ ਗਿਣਤੀ ਵਿੱਚ ਦਿੱਤੀਆਂ ਜਾਣ ਲੱਗੀਆਂ। ਨੈਕਸਟ ਹੈਗਾ ਬ੍ਰਾਹਮਣਾਂ ਦੀ ਪ੍ਰਧਾਨਤਾ। ਜੱਗਾਂ ਦੀ ਮਹੱਤਤਾ ਦੇ ਵਧਣ ਨਾਲ ਜਿਹੜੀ ਬ੍ਰਾਹਮਣਾਂ ਦੀ ਮਹਾਨਤਾ ਵਿੱਚ ਵੀ ਵਾਧਾ ਹੋਇਆ। ਇਸ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਬ੍ਰਾਹਮਣਾਂ ਨੇ ਬਹੁਤ ਗ੍ਰੰਥਾਂ ਦੀ ਵੀ ਰਚਨਾ ਕੀਤੀ, ਅਤੇ ਉਹ ਆਪਣੇ ਆਪ ਨੂੰ ਸੀ ਜਿਹੜਾ ਬ੍ਰਾਹਮਣ ਗ੍ਰੰਥਾਂ ਦੇ ਸੱਚੂ ਜਾਣੇ ਸਮਝਦੇ ਸੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸੀ ਜਿਹੜਾ ਬ੍ਰਾਹਮਣਾਂ ਤੋਂ ਬਿਨਾਂ ਜੱਗ ਹੋਣੇ ਸੰਭਵ ਨਹੀਂ ਸੀ। ਨੈਕਸਟ ਹੈਗਾ ਤਪੱਸਿਆ। ਇਹ ਲੋਕ ਸੀ ਜਿਹੜਾ ਤਪੱਸਿਆ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਸੀ। ਇਹ ਕਹਿੰਦੇ ਸੀ ਕਿ ਮੁਕਤੀ ਪ੍ਰਾਪਤੀ ਦੇ ਲਈ ਸਰੀਰ ਨੂੰ ਕਸ਼ਟ ਦੇਣਾ ਜ਼ਰੂਰੀ ਹੈਗਾ, ਅਤੇ ਇਹ ਲੋਕ ਸੀ ਜਿਹੜੇ ਮਹੀਨਿਆਂ ਜਾਂ ਸਾਲਾਂ ਤੱਕ ਮਤਲਬ ਗਰਮੀਆਂ ਵਿੱਚ ਧੁੱਪੇ, ਸਰਦੀਆਂ ਵਿੱਚ ਠੰਡੀ ਥਾਂ 'ਤੇ ਰਹਿਣਾ ਜ਼ਿਆਦਾ ਪਸੰਦ ਕਰਦੇ ਸੀ। ਨੈਕਸਟ ਹੈਗਾ ਅੰਧ ਵਿਸ਼ਵਾਸ ਅਤੇ ਜਾਦੂ ਟੂਣੇ। ਇਹ ਉੱਤਰ ਵੈਦਿਕ ਕਾਲ ਦੇ ਲੋਕ ਸੀ ਜਿਹੜਾ ਬਹੁਤ ਸਾਰੇ ਅੰਧ ਵਿਸ਼ਵਾਸਾਂ 'ਚ ਪੈ ਗਏ ਸੀ। ਇਹ ਜਾਦੂ ਟੂਣੇ ਦੇ ਵਿੱਚ ਬਹੁਤ ਭਰੋਸਾ ਕਰਦੇ ਸੀਗੇ। ਸੋ ਇਹ ਸੀ ਉੱਤਰ ਵੈਦਿਕ ਕਾਲ ਦੀ ਸੱਭਿਅਤਾ ਦੀ ਹਰ ਪ੍ਰਕਾਰ ਦੀ ਜਾਣਕਾਰੀ। ਉਹਨਾਂ ਦੇ ਆਪਾਂ ਰਾਜਨੀਤਿਕ ਜੀਵਨ ਬਾਰੇ ਵੀ ਜਾਣਿਆ, ਕੀ ਸੀਗੀ ਉੱਤਰ ਵੈਦਿਕ ਸੱਭਿਅਤਾ ਕਾਲ ਸੀ ਜਿਹੜਾ, ਉਹਦੇ ਬਾਰੇ ਵੀ ਜਾਣਿਆ। ਉਹਨਾਂ ਦੇ ਸਮਾਜਿਕ ਜੀਵਨ ਬਾਰੇ, ਆਰਥਿਕ ਅਤੇ ਧਾਰਮਿਕ ਜੀਵਨ ਬਾਰੇ ਪੜ੍ਹਿਆ। ਸੋ ਅਸੀਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿਹੜਾ ਰਿਗਵੈਦਿਕ ਕਾਲ ਸੀ ਆਰੀਆ ਲੋਕਾਂ ਦਾ, ਉਸ ਨਾਲੋਂ ਇਸ ਉੱਤਰ ਵੈਦਿਕ ਕਾਲ ਦੇ ਵਿੱਚ ਆ ਕੇ ਬਹੁਤ ਸਾਰੇ ਜਿਹੜੇ ਚੇਂਜ ਆਏ ਲੋਕਾਂ ਦੇ ਜੀਵਨ ਦੇ ਵਿੱਚ।